पंजाब ਦੇ ਵਿੱਚ ਧਰਮ ਨੂੰ ਲੈ ਕੇ ਬੜਾ ਕੀ ਵਿਵਾਦ ਖੜਾ ਹੋ ਰਿਹਾ। ਉੱਥੇ ਕਿਹਾ ਜਾ ਰਿਹਾ ਕਿ ਕਈ ਸਿੱਖਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਜ਼ਬਰਦਸਤੀ ਜਿਹੜਾ ਕਿ ਕ੍ਰਿਸਚਨ ਭਾਈਚਾਰੇ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਅੱਜ ਅੰਮ੍ਰਿਤਸਰ ਦੇ ਵਿੱਚ ਦਿੱਲੀ ਕਮੇਟੀ ਦੇ ਵੱਲੋਂ ਇੱਕ ਵਕਨ ਵਾਲੇ ਸੀ ਕਿਸੇ ਟਾਈਮ ਭੁੱਲ ਹੋ ਗਈ ਇਹਨਾਂ ਕੋ ਤੇ ਜਿਹੜੇ ਕਿ ਕ੍ਰਿਸਚਨ ਭਾਈਚਾਰੇ ਦੇ ਵਿੱਚ ਜਾ ਕੇ ਉੱਥੇ ਸ਼ਾਮਲ ਹੋ ਗਏ ਸਨ, ਪਰ ਇਹਨਾਂ ਦੇ ਵੱਲੋਂ ਇਹਨਾਂ ਨੂੰ ਜਦੋਂ ਕੋਈ ਫਾਇਦਾ ਨਹੀਂ ਹੋਇਆ ਤੇ ਘਰ ਵਾਪਸੀ ਕਹਿ ਸਕਦਾ ਕਿ ਘਰ ਵਾਪਸੀ ਹੋਈ। ਦੇਖ ਸਕਦੇ ਹੋ ਕਿ ਪਰਿਵਾਰ ਖੜੇ ਹੋਏ ਨੇ, ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਇਹ ਪਰਿਵਾਰ ਆਏ ਨੇ ਤੇ ਜਿਹੜਾ ਕਿ ਕਮੇਟੀ ਦਿੱਲੀ ਕਮੇਟੀ ਦੇ ਵੱਲੋਂ ਵੱਖਰਾ ਪ੍ਰਚਾਰ ਕਰਕੇ ਇਹਨਾਂ ਨੂੰ ਸਮਝਾਇਆ ਗਿਆ, ਫਿਰ ਇਹਨਾਂ ਨੂੰ ਵਾਪਸ ਲਿਆਂਦਾ ਗਿਆ। ਭਾਈ ਮਨਜੀਤ ਸਿੰਘ ਭੋਮਾ ਵੀ ਜਿਨ੍ਹਾਂ ਦੇ ਵੱਖਰਾ ਉਪਰਾਲਾ ਕੀਤਾ, ਦੇ ਸਕਦੇ ਹੋ ਕਿ ਕਿਉਂਕਿ ਬੜੇ ਵਿਵਾਦ ਉੱਠਦੇ ਨੇ, ਬੜੀਆਂ ਦਾਅਵੇ ਕੀਤੇ ਜਾਂਦੇ ਨੇ ਕ੍ਰਿਸਚਨ ਭਾਈਚਾਰੇ ਦੇ ਵੱਲੋਂ ਕਿ ਉਹ ਹੱਥ ਲਗਾਉਂਦੇ ਨੇ ਜਾਂ ਫੂਕ ਮਾਰਦੇ ਨੇ ਤੇ ਕੋਈ ਵੀ ਬਿਮਾਰੀ ਆ ਉਹਨੂੰ ਦੂਰ ਕਰਦੇ ਨੇ। ਪਰ ਅੱਜ ਜਾਣਦੇ ਆ ਇਹਨਾਂ ਦੇ ਮੂੰਹੋਂ, ਕਿਉਂਕਿ ਇਹ ਕਈ ਪਰਿਵਾਰ 12 ਸਾਲ ਉੱਥੇ ਜਾਂਦੇ ਰਹੇ, ਕਈ 7 ਸਾਲ ਜਾਂਦੇ ਰਹੇ ਨੇ, ਕਿ ਇਹਨਾਂ ਨੂੰ ਫਾਇਦਾ ਹੋਇਆ ਉੱਥੋਂ ਸਭ ਤੋਂ ਪਹਿਲਾਂ ਜਾਣਦੇ ਆ। ਕੀ ਨਾਮ ਹੈ ਜੀ? ਹਰਵਿੰਦਰ ਕੌਰ। ਕਿਹੜਾ ਪਿੰਡ ਹੈ ਜੀ? ਚੀਚਾ ਜੀ। ਇਹ ਕਿੰਨਾ ਚਿਰ ਤੁਸੀਂ ਧਰਮ ਉੱਥੇ ਕਦੋਂ ਗਏ ਸੀ? ਅਸੀਂ ਹੋ ਗਏ ਵੀ ਮਤਲਬ ਕਿ ਸਾਲ ਹੀ ਹੋ ਗਿਆ ਸੀ ਜਾਂਦੇ। ਸਾਲ ਹੋ ਗਿਆ। ਹਾਂਜੀ। ਕੋਈ ਜ਼ਬਰਦਸਤੀ ਤੁਹਾਡੇ ਨਾਲ ਕੀਤੀ ਗਈ ਸੀ ਜਾਂ ਤੁਹਾਨੂੰ ਕੋਈ ਲੈ ਕੇ ਗਿਆ ਸੀ? ਨਹੀਂ, ਲੈ ਕੇ ਤੇ ਨਹੀਂ ਕੋਈ ਗਿਆ ਸੀ। ਮਤਲਬ ਕਿ ਉਹਨਾਂ ਨੇ ਮਤਲਬ ਕਿ ਕਹਿੰਦੇ ਸੀ ਤੁਹਾਡਾ ਬੇਟਾ ਵੀ ਸਹੀ ਹੋ ਜਾਊਗਾ ਤਾਂ ਬੇਟੀ ਵੀ ਸਹੀ ਹੋ ਜਾਊਗੀ। ਕੀ ਬੇਟੀ ਨੂੰ ਕੀ ਪ੍ਰੋਬਲਮ? ਬੇਟੀ ਨੂੰ ਸ਼ੂਗਰ ਸੀ ਮੇਰੀ ਨੂੰ। ਤੇ ਬੇਟੇ ਨੂੰ ਹਰਨੀਆਂ ਦੀ ਪ੍ਰੋਬਲਮ ਆ ਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਬੱਚਾ ਤੁਹਾਡਾ ਠੀਕ ਹੋ ਜਾਊਗਾ ਸ਼ੂਗਰ ਤੋਂ, ਮਤਲਬ ਕਿ ਤੇ ਉਹਨਾਂ ਨੇ ਮੜ ਕੇ ਮੇਰੀ ਬੇਟੀ ਖੜੀ ਤੇ ਮਤਲਬ ਕਿ ਮਹੀਨਾ ਨਹੀਂ ਉਹ ਮਤਲਬ ਕਿ ਸਹੀ ਹੋਈ ਤੇ ਉਹਦੀ ਡੈਥ ਹੋ ਗਈ। ਤੇ ਹੁਣ ਮੇਰੇ ਬੇਟੇ ਨੂੰ ਹਰਨੀਆਂ ਵਾ ਤੇ ਕਹਿੰਦੇ ਤੁਹਾਡੇ ਬੇਟੇ ਨੂੰ ਮਤਲਬ ਕਿ ਹਰਨੀਆਂ ਸਹੀ ਹੋ ਜਾਣਗੀਆਂ, ਪਰ ਨਹੀਂ, ਫਰਕ ਨਹੀਂ ਪਿਆ। ਕਹਿੰਦੇ ਕਿ ਉਹ ਫੂਕ ਮਾਰਨ ਜਾਂ ਹੱਥ ਲਾਉਣ ਸਿਰ ਦੇ ਉੱਪਰ ਤੇ ਉਹ ਬਿਮਾਰੀ ਦੂਰ ਹੋ ਜਾਂਦੀ। ਹਾਂਜੀ, ਪਰ ਨਹੀਂ। ਇਹ ਲੱਗਦਾ ਕਿ ਪਲੈਨਿੰਗ ਦੇ ਨਾਲ ਸਭ ਕੁਝ ਕੀਤਾ ਜਾਂਦਾ ਸੀ। ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਵੇ, ਪਰ ਮੈਂ ਤਾਂ ਨਹੀਂ ਵੇਖਿਆ ਜੀ। ਕਹਿੰਦੇ ਨੇ, ਸੁਣਿਆ ਆ, ਪਰ ਮੈਂ ਵੇਖਿਆ ਨਹੀਂ ਜੀ। ਤੁਸੀਂ 1 ਸਾਲ ਜਾਂਦੇ ਰਹੇ ਹੋ ਉੱਥੇ, ਕਹਿੰਦੇ ਕਿ ਬੜਾ ਕੁਝ ਹੁੰਦਾ। ਮੈਂ ਗਿਆ ਜੀ, ਪਰ ਮੈਂ ਮਤਲਬ ਇਸ ਚੀਜ਼ ਕੋਈ ਚੀਜ਼ ਨਹੀਂ ਅਸੀਂ ਵੇਖੀ। ਸਾਡੀ ਜਿਹੜੀ ਲੜਕੀ ਸੀ ਜਿਹਦੀ ਡੈਥ ਹੋਈ 10 ਸਾਲ ਦੀ, ਉਹਨੂੰ ਇੱਕ ਵੀਟ ਐਲਰਜੀ ਸੀ ਤੇ ਇੱਕ ਉਹਨੂੰ ਸ਼ੂਗਰ ਸੀ। ਤੇ ਸਾਡਾ ਇਹ ਬੱਚਾ ਆ, ਇਹਨੂੰ ਹੈਗੇ ਆ ਹਰਨੀਆਂ ਨੇ। ਹਰਨੀਆਂ ਦੇ ਵਿੱਚ ਮਤਲਬ ਅਸੀਂ ਹਰਨੀਆਂ ਵਾਸਤੇ ਕਾਫੀ ਵਾਰ ਰਿਕਵੈਸਟ ਕੀਤੀ ਉਹਨਾਂ ਅੱਗੇ ਵੀ ਇਸ ਬੱਚੇ ਨੂੰ ਹਰਨੀਆਂ ਨੇ ਤੇ ਇਹਦਾ ਕੁਝ ਕਰੋ। ਕੋਈ ਗੱਲ ਨਹੀਂ ਜੀ, ਹੋ ਜਾਊਗਾ। ਲੱਗਦਾ ਕਿ ਜੇ ਤੁਸੀਂ 1 ਸਾਲ ਹਸਪੀਟਲ ਜਾਂਦੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ, ਉਹ ਠੀਕ ਹੋ ਸਕਦੀ ਸੀ? ਜੀ ਜੀ, ਜਰੂਰ ਸਰ, ਜਰੂਰ ਜੀ। ਮੈਂ ਮਤਲਬ ਗਲਤੀ ਮਾਫੀ ਮੰਗਦਾ ਜੀ ਇਹਦੀ। ਮਤਲਬ ਜੋ ਵੀ ਆਪਣੇ ਜਿਹੜੇ ਵੀ ਧਰਮ 'ਚ ਰਹਿੰਦਾ ਆ ਉਹ ਆਪਣੇ ਧਰਮ 'ਚ ਰਵੇ ਜੀ, ਚਾਹੇ ਮੁਸਲਮਾਨ ਆਪਣੇ ਧਰਮ 'ਚ ਰਵੇ, ਸਿੱਖ ਆਪਣੇ ਧਰਮ 'ਚ ਰਵੇ ਤੇ ਜੋ ਪੰਡਤ ਆ ਉਹ ਆਪਣੇ ਧਰਮ 'ਚ ਰਵੇ। ਲੱਗਦਾ ਕਿ ਭੁੱਲ ਹੋਈ ਤੁਹਾਡੇ ਕੋਲ? ਭੁੱਲ ਹੋਈ ਆ ਜੀ, 100% ਆ ਜੀ। ਅੱਜ ਕਿੰਨੀ ਖੁਸ਼ੀ ਹੋ ਰਹੀ, ਘਰ ਵਾਪਸੀ ਹੋਈ ਆ ਗੁਰੂ ਗ੍ਰੰਥ ਸਾਹਿਬ ਤੋਂ। ਲੱਗਦਾ ਕਿ ਕੋਈ ਚੀਜ਼ ਵੱਡੀ ਹੈ? ਸਰ ਮੇਰੇ ਨਾ ਵੱਡੇ ਭਰਾ ਨੇ 2, ਉਹ ਵੀ ਮੇਰੇ ਨਾਲ ਨਾਰਾਜ਼ ਸੀ ਇਸ ਚੀਜ਼ ਤੋਂ ਕਿ ਮਤਲਬ ਮੈਨੂੰ ਕੁਆ ਬੁਲਾ ਕੇ ਚੰਗੀ ਤਰ੍ਹਾਂ ਰਾਜੀ ਨਹੀਂ ਹੋ। ਬਾਕੀ ਮੈਨੂੰ ਉਹਨਾਂ ਨੇ ਗਲੇ ਲਾਇਆ। ਇਹਨਾਂ ਨੇ ਅੰਮ੍ਰਿਤ ਵੀ ਛਕਿਆ ਸੀ ਤੇ ਇਹਨਾਂ ਨੇ ਮਤਲਬ ਕਿ ਉਹਨਾਂ ਨੇ ਲਵਾ ਦਿੱਤਾ ਇਹਨਾਂ ਦਾ। ਅੱਛਾ, ਅੰਮ੍ਰਿਤ ਹੀ ਛਕਿਆ ਸੀ? ਦਰਬਾਰ ਸਾਹਿਬ ਉਹਨਾਂ ਨੇ ਛਕਿਆ ਸੀ ਅੰਮ੍ਰਿਤ ਤੇ ਉਹਨਾਂ ਨੇ ਅੰਮ੍ਰਿਤ ਵੀ ਇਹਨਾਂ ਦਾ ਲਵਾ ਦਿੱਤਾ ਵੀ ਮੈਂ ਕਹਿੰਦੇ ਲਾ ਦਿਓ ਤੁਸੀਂ। ਤਾਂ ਕੁਝ ਨਹੀਂ ਸੀ, ਹੁਣ ਵੀ ਨਹੀਂ ਕੁਝ ਵੀ, ਮਤਲਬ ਕਿ 100% ਸ਼ੁੱਧ ਵੈਸ਼ਨੋ ਉਦੋਂ ਵੀ ਸੀ ਤੇ ਹੁਣ ਵੀ ਆ। ਲੱਗਦਾ ਕਿ ਜਦੋਂ ਤੁਹਾਨੂੰ ਤੁਸੀਂ ਅੰਮ੍ਰਿਤ ਛਕਿਆ ਸੀ 5 ਪਿਆਰਿਆਂ ਦੀ ਗਵਾਹੀ ਦੇ ਹੇਠ, ਤੇ ਜਦੋਂ ਗਾਤਰਾ ਸਾਹਿਬ ਤੁਹਾਡੇ ਲਵਾਇਆ, ਤੁਹਾਡੇ ਮਨ ਦੇ ਵਿੱਚ ਕੁਝ ਆਇਆ ਸੀ ਕਿ ਕਿਉਂ ਜ਼ਬਰਦਸਤੀ ਕੀਤੀ ਗਈ ਸੀ ਤੁਹਾਡੇ ਕੋਲ? ਨਹੀਂ ਜੀ, ਜ਼ਬਰਦਸਤੀ ਸਰ ਕੋਈ ਨਹੀਂ ਹੋਈ। ਇੰਜੈਕਸ਼ਨ ਨਹੀਂ ਲਾਉਂਦਾ ਕਿਸੇ ਨੂੰ, ਕੁਝ ਨਹੀਂ ਕਹਿੰਦਾ ਜੀ। ਤੁਸੀਂ ਆਪ ਹੀ ਲਾਇਆ ਸੀ? ਹਾਂਜੀ। ਪਰ ਲੱਗਦਾ ਕਿ 1 ਸਾਲ ਤੁਸੀਂ ਉੱਥੇ ਜਾਂਦੇ ਰਹੇ ਹੋ ਕਿ ਕੋਈ ਫਾਇਦਾ ਹੋਇਆ ਘਰ ਦੇ ਵਿੱਚ? ਨਾ ਜੀ, ਬਿਲਕੁਲ ਨਹੀਂ ਹੋਇਆ ਫਾਇਦਾ ਕੋਈ ਵੀ। ਮੈਨੂੰ ਨਾ ਹੋ ਗਏ ਸੀ ਇਹਦੇ ਚ ਦਾ ਮਤਲਬ ਕਿ ਰੋਟੀ ਪਾਣੀ ਤੋਂ ਵੀ ਅਸੀਂ ਆਤਰ ਹੋ ਗਏ ਸੀ ਤੇ ਫਿਰ ਉਹ ਸਾਰਿਆਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਧਰਮ 'ਚ ਆ ਜਾਓ ਤੇ ਚੰਗੇ ਰਹੋਗੇ, ਤੇ ਪਰ ਅਸੀਂ ਉਹਨਾਂ ਸਾਰਿਆਂ ਦੀ ਮੰਨੀ ਤੇ ਫਿਰ ਅਸੀਂ ਆਪਣੇ ਧਰਮ 'ਚ ਆ ਗਏ। ਪਹਿਲਾਂ ਤੇ ਤੁਸੀਂ ਵਿਰੋਧ ਹੀ ਕਰਦੇ ਹੋਣੇ ਨਾ ਕਿ ਅਸੀਂ ਤੇ ਸਹੀ ਬਿਲਕੁਲ ਹੈਗੇ ਆ, ਜਿਹੜਾ ਧਰਮ ਦੇ ਵਿੱਚ ਅਸੀਂ ਗਏ ਆ ਬਿਲਕੁਲ ਫਾਇਦਾ ਮਿਲੂਗਾ ਸਾਨੂੰ। ਫਾਇਦਾ ਮਿਲੂਗਾ, ਅਸੀਂ ਇਹੋ ਹੀ ਕਿਹਾ ਸੀ ਤੇ ਹੁਣ ਅਸੀਂ ਆਪਣੇ ਧਰਮ 'ਚ ਆ ਗਏ। ਲੱਗਦਾ ਕਿ ਜੇ ਤੁਸੀਂ ਧਰਮ ਦੇ ਵਿੱਚ ਨਾ ਹੁੰਦੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੁੰਦੇ, ਉਹ ਧੀ ਤੁਹਾਡੇ ਵਿੱਚ ਹੋਣੀ ਸੀ? ਧੀ ਹੋਣੀ ਸੀ ਸਾਡੇ ਵਿੱਚ, ਇਹ ਗੱਲ ਹੈਗੀ। ਬਿਲਕੁਲ ਜੀ। ਹੋਰ ਵੀ ਪਰਿਵਾਰ ਹੈ? ਕੀ ਨਾਮ ਹੈ ਜੀ? ਸਰਬਜੀਤ ਕੌਰ। ਕਿਹੜਾ ਪਿੰਡ? ਪਿੰਡ ਬਣੀਏ ਕੀ। ਕੀ ਕਹਿਣਾ ਚਾਹੋਗੇ ਜੀ ਘਰ ਵਾਪਸੀ ਹੋਈ ਆ? ਹਾਂਜੀ, ਬਹੁਤ ਖੁਸ਼ੀ ਹੋਈ। ਹਾਂਜੀ, ਤੇ ਅਸੀਂ ਜਾਂਦੇ ਰਹੇ ਹਾਂ, 2 ਸਾਲ ਗਏ ਹਾਂ। ਅੱਛਾ, ਚਰਚ ਤੋਂ? ਹਾਂਜੀ, 2 ਸਾਲ ਗਏ। ਮੇਰੇ ਹਸਬੈਂਡ ਠੀਕ ਨਹੀਂ, ਨਸ਼ੇ ਕਰਦੇ ਸੀ ਤੇ ਉਹ ਬਾਅਦ ਚ ਡੈਥ ਹੋ ਗਈ ਉਹਨਾਂ ਦੀ। ਡੈਥ ਹੋ ਗਈ ਤੇ ਬਾਅਦ ਚ ਸਾਡੀ ਵਾਲੀ ਵਾਰ ਸੱਸ ਸੀ, ਉਹ ਵੀ ਇਦਾਂ ਹੋ ਗਏ। ਸਾਡਾ ਕੋਈ ਨਹੀਂ ਵਾਲੀ ਵਾਰ ਸੁਣੇਗਾ। ਲੱਗਦਾ ਕਿ ਜਿੰਨੇ ਇੱਥੇ ਜੀ ਆਏ ਨੇ ਕੋਈ ਨਾ ਕਿਸੇ ਦੀ ਡੈਥ ਹੋਈ ਹੈ, ਲੱਗਦਾ ਕਿ ਚਰਚ ਦੇ ਵਿੱਚ ਜਾਣ ਦੇ ਨਾਲ ਇਹ ਚੀਜ਼ਾਂ ਹੋਈਆਂ ਤੁਹਾਡੇ ਨਾਲ? ਹੋ ਸਕਦਾ ਜੀ। ਕਿੰਨਾ ਦੁੱਖ ਹੋ ਰਿਹਾ? ਬਹੁਤ ਜ਼ਿਆਦਾ ਜੀ। ਲੱਗਦਾ ਕਿ ਜੇ ਗੁਰੂ ਗ੍ਰੰਥ ਸਾਹਿਬ ਤੋਂ ਤੁਸੀਂ ਜਾਂਦੇ, ਤੁਹਾਡਾ ਪਤੀ ਤੁਹਾਡੇ ਨਾਲ ਹੋਣਾ ਸੀ? ਬਹੁਤ ਮਾੜਾ ਹੋਇਆ ਸਾਡੇ ਨਾਲ। ਬਿਮਾਰੀ ਸੀ? ਨਸ਼ੇ ਕਰਦੇ, ਬਸ ਟੀਕੇ ਲਾਉਂਦੇ ਸੀ ਆਪਣੇ ਆਪੇ ਨਸ਼ਿਆਂ ਦੇ। ਜਦੋਂ ਤੁਹਾਡੇ ਚਰਚ ਜਾਂਦੇ ਉਹ ਕਹਿੰਦੇ ਕਿ ਹੱਥ ਲਾਇਆ, ਫੂਕ ਮਾਰਿਆ, ਬੰਦੇ ਠੀਕ ਹੋ ਜਾਂਦੇ, ਨਸ਼ਾ ਛੱਡ ਦਿੰਦੇ? ਫਰਕ ਨਹੀਂ ਪਿਆ ਸਾਨੂੰ ਤੇ ਇਹੋ ਹੀ ਦਿਖਿਆ, ਬਾਅਦ ਚ ਮੌਤ ਹੋ ਗਈ। ਲਾਲਚ ਬੜਾ ਦਿੰਦੇ ਹੋ? ਨਹੀਂ, ਲਾਲਚ ਕੋਈ ਨਹੀਂ ਦਿੱਤਾ। ਲਾਲਚ ਨਹੀਂ ਕੋਈ ਦਿੱਤਾ। ਬਸ ਕਿ ਬੰਦੇ ਠੀਕ ਕਰ ਦਿੰਦੇ ਫਿਰ ਫੂਕ ਮਾਰ ਕੇ? ਨਹੀਂ, ਅਸੀਂ ਹੋਇਆ ਹੀ ਨਹੀਂ ਸਾਡਾ ਬੰਦਾ ਠੀਕ ਤਾਂ। ਹਾਂਜੀ।
ਬਿਲਕੁਲ ਜੀ, ਦੇਖ ਸਕਦੇ ਹੋ ਕਿ ਹੋਰ ਵੀ ਪਰਿਵਾਰ ਹੈਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਕੀ ਨਾਮ ਹੈ? ਨਰਮਲ ਸਿੰਘ ਨਿਰਮਲ ਸਿੰਘ ਜੀ, ਕਿਹੜਾ ਪਿੰਡ ਹੈ? ਚੀਚਾ ਜੀ। ਨਿਰਮਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਘਰ ਵਾਪਸੀ ਹੋਈ, ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦੇਣਾ ਚਾਹੂੰਗਾ ਤੁਹਾਨੂੰ। ਤੁਸੀਂ ਸਿੱਖ ਪਰਿਵਾਰ ਚੋਂ ਇੱਕ ਬਿਲੋਂਗ ਕਰਦੇ ਹੋ, ਲੱਗਿਆ ਜੀ ਜਦੋਂ ਤੁਸੀਂ ਧਰਮ ਨੂੰ ਛੱਡ ਕੇ ਇੱਕ ਚਰਚ 'ਚ ਜਾਓਗੇ, ਉੱਥੇ ਹੱਥ ਨਹੀਂ ਜੋੜਦੇ, ਹਾਲੇਲੂਇਆ ਕਰਦੇ ਨੇ, ਕੁਝ ਵੀ ਕਰਦੇ ਨੇ, ਕਿਸੇ ਨੂੰ ਆਪਾਂ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਲੱਗਦਾ ਕਿ ਤੁਹਾਡੇ ਪਿੰਡ ਵਾਲੇ ਜਾਂ ਤੁਹਾਡੇ ਰਿਸ਼ਤੇਦਾਰ ਕਹਿੰਦੇ ਸੀ ਜਾਂ ਤੂੰ ਸਿੱਖ ਪਰਿਵਾਰ 'ਚ ਬਿਲੋਂਗ ਕਰਕੇ ਇੱਕ ਸਾਈ ਭਾਈਚਾਰੇ 'ਚ ਜਾ ਰਹੇ ਹੋ? ਲੱਗਦੇ ਲੱਗਦੇ ਸੀ। ਮੇਰੇ ਘਰ ਦੇ ਲੱਗਦੇ, ਭਰਾ ਮੇਰਾ ਨਿਹੰਗ ਸਿੰਘ ਆ, ਲੱਗਦਾ ਸੀ। ਮੈਂ ਯਾਰ ਹੁਣ ਘਰ ਦੇ ਠੀਕ ਨਹੀਂ, ਜਾਣਾ ਪੈਣਾ, ਪਰਿਵਾਰ ਵਾਲੇ ਵੇਖਣਾ ਪੈਣਾ, ਤੇ ਚਲੋ ਗਏ ਆ, ਪਰ ਕੋਈ ਫਾਇਦਾ ਨਹੀਂ। ਮੈਨੂੰ ਮੈਂ ਨਹੀਂ ਠੀਕ ਨਹੀਂ, ਮੈਨੂੰ ਉਹ ਤਾਂ ਬਹਿਣਾ ਅਗਲਮਾਨ ਨਹੀਂ, ਮੈਨੂੰ ਨਹੀਂ ਯਾਦ ਸਵਾਸ ਨਹੀਂ ਆਉਂਦਾ ਜਿੰਨਾ ਚਿਰ ਜਿਹਨਾਂ ਦੇ ਘਰ ਦੇ ਨਾਲ ਤੁਰੇ ਫਿਰਦੇ ਕੋਈ ਮਜ਼ਾ ਨਹੀਂ। ਮੈਂ ਨਹੀਂ ਮੈਨੂੰ ਨਹੀਂ ਸਵਾਸ। ਮੈਨੂੰ ਮੈਂ 5-4 ਸਾਲ ਗਿਆ, ਮੈਂ ਐਵੇਂ 2 ਦਿਨ ਹੀ ਗਿਆ, ਮੈਂ 5-4 ਸਾਲ ਗਿਆ। ਅਰੇ 5 ਸਾਲ ਤੁਸੀਂ ਉੱਥੇ ਜਾਂਦੇ ਰਹੇ, ਪਰ ਲੱਗਦਾ ਕਿ ਤੁਹਾਡੇ ਮਨ 'ਚ ਕਦੀ ਆਉਂਦਾ ਹੋਵੇ, ਤੁਸੀਂ ਗੁਰਦੁਆਰੇ ਦੇ ਅੱਗੇ ਲੰਘਦੇ ਹੋਵੇ, ਕਦੇ ਬੰਦੇ ਨੂੰ ਹੁੰਦਾ ਨਾ ਕਿ ਸਿੱਖ 'ਚ ਜਿਹੜੇ ਬਿਲੋਂਗ ਕਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਕਦੇ ਨਾ ਕਦੇ ਚੀਜ਼ ਆ ਜਾਂਦੀ ਆ ਕਿ ਯਾਰ ਮੈਂ ਕਿੱਧਰ ਕਿਹੜੇ ਰਾਹ ਤੁਰੇ ਜਾ ਰਿਹਾ। ਗੁਰਦੁਆਰੇ ਮੈਂ ਜਾਂਦਾ ਰਿਹਾ, ਗੁਰਦੁਆਰੇ ਮੈਂ ਜਾਂਦਾ ਰਿਹਾ, ਗੁਰਦੁਆਰੇ ਮੈਂ ਨੇੜਿਆ, ਗੁਰਦੁਆਰੇ ਮੈਂ ਲੰਗਰ ਵੀ ਛਕਦਾ ਰਿਹਾ, ਸੇਵਾ ਵੀ ਕਰਦਾ ਰਿਹਾ, ਗਰਾਈ ਵੀ ਦਿੰਦਾ, ਪ੍ਰਸ਼ਾਦ ਹੀ ਕਰਾਉਣਾ, ਰਮਾਲਾ ਵੀ ਚਲਾਉਣਾ, ਘਰ ਸੁਗਲ ਵੀ ਕਰਾਇਆ, ਪਰ ਮੈਂ ਮੇਲਾਂ 'ਚ ਤਾਂ ਮਨ ਨਹੀਂ ਟਿਕ, ਮਨ ਨਹੀਂ, ਮੈਂ ਆਪਾਂ ਭੁੱਲ ਕੇ ਆਪਾਂ ਆਪਣੇ ਕੋਈ ਨਹੀਂ ਐਵੇਂ ਬੁੱਢੀਆਂ ਤੇ ਪਖੰਡ ਕਰਦੀਆਂ, ਬੁੱਢੀਆਂ ਪਖੰਡ ਪਖੰਡ ਕਰਦੀਆਂ, ਕੋਈ ਐਵੇਂ ਜਾਣ ਕੇ ਕੁਛ ਨਹੀਂ। ਕੋਈ ਦੇਖੋ ਜੀ, ਰੱਬ ਹੈ, ਰੱਬ ਇਹਨਾਂ ਦਾ ਨੱਚੋ ਤੇ ਭੰਗੜੇ ਪਾਓ ਤੇ ਤੁਸੀਂ ਤਮਾਸ਼ੇ ਕਰੋ, ਨਹੀਂ ਇਹ ਗਲਤ, ਮੈਂ ਗਲਤ ਨਹੀਂ ਠੀਕ। ਉਹ ਕਹਿੰਦੇ ਫੂਕ ਮਾਰਦੇ, ਹੱਥ ਲਾਇਆ ਠੀਕ ਕਰ ਦਿੰਦੇ। ਨਹੀਂ ਐਵੇਂ ਜੋ ਉਹਦੀ ਨਿਗਾਹ ਉਹ ਤੇ ਕਰਦਾ, ਉਹ ਤਾਂ ਨਹੀਂ ਹੁੰਦਾ ਕੋਈ। ਤੁਹਾਡੇ ਵੀ ਸਿਰ ਤੇ ਹੱਥ ਰੱਖਿਆ ਫੂਕ ਵੱਜੀ? ਮੈਂ ਨਹੀਂ ਸੱਚਾ ਥਾ ਰਖਾਇਆ। ਜਿਹੜੇ ਉੱਥੇ ਡਿੱਗਦੇ ਇੱਕੋ ਦਮ, ਉਹ ਤਾਂ ਜਿੱਦਾਂ ਸਿਖਾਏ ਹੁੰਦੇ, ਜਦੋਂ ਉਹਨਾਂ ਦੇ ਬੰਦੇ ਸੇਵਾ ਕਰਦੇ ਹੋਏ। ਨਿਰਮਲ ਜੀ, ਇਹ ਮੈਂ ਸਵਾਲ, ਤੁਸੀਂ 4-5 ਸਾਲ ਗਏ ਹੋ, ਕੋਈ ਪਲੈਨਿੰਗ ਨਾ ਹੁੰਦਾ ਕਿ ਸਾਰੇ ਇੱਕ ਲਾਈਨ 'ਚ ਸੈੱਟ ਕਰ ਦਿੰਦੇ ਆ? ਜਿੱਦਾਂ ਮੈਂ ਕਿਤੇ ਜਾਣਾ, ਮੈਂ ਮਹੀਨੇ 'ਚ ਇੱਕ ਵਾਰ ਜਾਣਾ ਨਾ, ਮੈਂ ਇਹਨਾਂ ਕੋਈ ਨਹੀਂ ਵੀ ਜਾਂ ਵੀ ਰੋਜ਼ ਐਤਵਾਰ ਜਾਣਾ, ਮਹੀਨੇ 'ਚ ਜਦੋਂ ਮੇਰਾ ਟਾਈਮ ਲੱਗਾ ਚੱਲ ਗਿਆ, ਨਹੀਂ ਤੇ ਨਹੀਂ ਜਾਣਾ। ਮੈਂ ਮੇਰਾ ਗੁਰਦੁਆਰੇ ਨਾਲ ਜਾਣਾ ਭਰਾ ਮੇਰਾ, ਉਹ ਮੇਰਾ ਭਤੀਜਾ ਵੀ ਨਾਲ ਆਇਆ। ਉਹ ਲੱਗਦਾ ਕਿ ਜਿਹੜੇ ਰਿਸ਼ਤੇਦਾਰ ਦੂਰੀਆਂ ਵਧੀਆਂ ਸੀ, ਹੁਣ ਘਰ ਵਾਪਸੀ ਹੋਈ ਆ, ਟੀਚਰਾਂ ਕਰਦੇ ਸੀ, ਹੁਣ ਟੀਚਰ ਨਹੀਂ ਹੋਗੀ, ਹੁਣ ਗੱਲ ਹੁਣ ਟੀਚਰ ਨਾਲ ਮੇਰਾ ਭਰਾ ਆ, ਜਹੇਦਾਰ ਆ, ਉਹ ਆਂਦਾ, ਉਹ ਮਨਾਉਂਦਾ ਸੀ ਤੂੰ ਪੁੱਠੇ ਕੰਮ 'ਚ ਪੈ ਗਿਆ। ਮੈਂ ਯਾਰ ਹੁਣ ਪਰਿਵਾਰ ਪਹਿਲੇ ਕਿ ਜਾਣਾ ਪੈਣਾ, ਪਰ ਪਰਿਵਾਰ ਫਿਰ ਠੀਕ ਹੋਇਆ? ਪਹਿਲਾਂ 4-5 ਸਾਲ ਨਹੀਂ ਉਦੋਂ ਉਹੀ ਹਾਲਤ ਫੈਲ ਗਈ, ਮੈਂ ਵੀ ਨਾ ਪੱਕੇ ਦੇ ਨਹੀਂ ਜਾਣਾ, ਹੁਣ ਗੁਰਦੁਆਰੇ ਹੀ ਜਾਣਾ ਬਸ। ਹੁਣ ਤੁਹਾਡੇ ਵੱਲੋਂ ਪ੍ਰਚਾਰ ਕੀਤਾ ਜਾਊਗਾ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ? ਹਾਂ, ਉਦੋਂ ਦੇ ਕਰਨਾ ਜਦੋਂ ਗਏ ਸਾਡੇ ਕੋਲ। ਕਿੰਨੇ ਪਰਿਵਾਰ ਲੈਂਦੇ ਆ? ਅਸੀਂ ਆਪਾਂ ਆਏ ਨੇ 15 ਘਰ ਗਏ ਆ, 15 ਘਰ ਲਿਆਏ, 17 ਘਰ ਲਿਆਏ। ਇੱਕ ਘਰ ਦੇ ਵਿੱਚ ਕੋਈ 6 ਜਾਂ 7 ਪਰਿਵਾਰ ਆ, ਇੱਕ ਘਰ 'ਚ 15 ਵਾਪਸੀ ਹੋਈ ਹੈ ਜਿਹੜੀ ਵਾਪਸੀ 15 ਘਰ ਆ। ਮੈਂ ਜੀ ਪਹਿਲਾਂ ਖੁਸ਼ੀ ਆ? ਹਾਂ ਖੁਸ਼ੀ, ਬਹੁਤੀ ਖੁਸ਼ੀ ਆ। ਭਰਾਵਾਂ ਨੇ ਮਿਲੇ ਆ, ਬਾਬਿਆਂ ਨੇ ਮਿਲੇ ਆਣ ਕੇ, ਚਲੋ ਨੂੰ ਦਰਬਾਰ ਸਾਹਿਬ ਜਾਊਂ, ਮੱਥਾ ਟੇਕਾਂਗੇ, ਆ ਬਸਕਾਵਾਂਗੇ, ਮਹਾਰਾਜ ਤੇਰੇ ਦਰ ਤੇ ਆ ਗਏ ਫਿਰ। ਬਿਲਕੁਲ ਜੀ, ਵੱਖਰਾ ਇਹ ਉਪਰਾਲਾ ਕੀਤਾ ਗਿਆ ਕਿਉਂਕਿ ਜਿਹੜੇ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਸੀ। ਅਸੀਂ ਕਿਸੇ ਧਰਮ ਨੂੰ ਗਲਤ ਨਹੀਂ ਕਵਾਂਗੇ, ਕਿਉਂਕਿ ਮਨਜੀਤ ਸਿੰਘ ਭੋਮਾ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ, ਜੇ ਕੋਈ ਸਾਈ ਆ ਤਾਂ ਉਹ ਸਾਈ ਰਵੇ, ਜੇ ਕੋਈ ਪੰਡਤ ਆ ਤਾਂ ਪੰਡਤ ਰਵੇ, ਤੇ ਜੇ ਕੋਈ ਹਿੰਦੂ ਆ ਤਾਂ ਹਿੰਦੂ ਰਵੇ, ਤੇ ਜੇ ਕੋਈ ਸਿੱਖ ਆ, ਬਸ ਕਿਸੇ ਦਾ ਧਰਮ ਤੁਸੀਂ ਜੋ ਚੇਂਜ ਕਰਾਉਂਦੇ ਹੋ ਉਹਦੇ ਉੱਪਰ ਅਸੀਂ ਸਵਾਲ ਜ਼ਰੂਰ ਚੁੱਕਦੇ ਹਾਂ। ਭੋਮਾ ਸਾਹਿਬ, ਬਹੁਤ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ 'ਚ। ਬਹੁਤ ਬਹੁਤ ਧੰਨਵਾਦ ਜੀ। ਭੋਮਾ ਸਾਹਿਬ, ਕੀ ਕਹਿਣਾ ਚਾਹੋਗੇ? ਵੱਖਰਾ ਉਪਰਾਲਾ ਕੀਤਾ ਗਿਆ, ਸਾਨੂੰ ਬੜੀ ਖੁਸ਼ੀ ਆ ਕਿ ਜਿਹੜੇ 45 ਪਰਿਵਾਰ ਜਿਨ੍ਹਾਂ ਨੂੰ ਜ਼ਬਰਦਸਤੀ ਜਿਹੜਾ ਕਿ ਸ਼ਾਮਲ ਕੀਤਾ ਗਿਆ ਸੀ, ਤੁਹਾਡੇ ਕੋਲ ਵੱਖਰਾ ਉਪਰਾਲਾ ਕੀਤਾ ਗਿਆ, ਪ੍ਰਚਾਰ ਕੀਤਾ ਗਿਆ ਸਿੱਖੀ ਦਾ, ਉਸ ਜਿਹੜੇ ਘਰ ਵਾਪਸੀ ਹੋਏ। ਮੈਂ ਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਆਸ਼ੀਰਵਾਦ ਦੇ ਕੇ ਆ ਮਾਰਗਦਰਸ਼ਨ ਕਰਕੇ ਇਹਨਾਂ ਪਰਿਵਾਰਾਂ ਦੇ ਕੋਲ ਖੜਿਆ, ਇਹਨਾਂ ਪਿੰਡਾਂ 'ਚ ਖੜਿਆ, ਇਹਨਾਂ ਸਾਡੇ ਭਰਾਵਾਂ ਦੇ ਵਿਹੜਿਆਂ 'ਚ ਖੜਿਆ। ਅਸੀਂ ਇਹਨਾਂ ਨੂੰ ਜਾ ਕੇ ਜਿਹੜਾ ਵਾ ਨਿਮਰਤਾ ਸਹਿਤ ਬੇਨਤੀ ਕੀਤੀ, ਪਿਆਰ ਕੀਤਾ, ਸਤਿਕਾਰ ਕੀਤਾ, ਇਹਨਾਂ ਨੂੰ ਅਸੀਂ ਗਲਵੱਕੜੀ 'ਚ ਲਿਆ। ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ। ਅਸੀਂ ਇਹਨਾਂ ਨੂੰ ਇੱਕੋ ਬੇਨਤੀ ਕੀਤੀ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਰੱਬ ਨਹੀਂ ਹੋ ਸਕਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਡਾਕਟਰ ਨਹੀਂ ਹੋ ਸਕਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਰਹਿਬਰ ਨਹੀਂ ਹੋ ਸਕਦਾ, ਤੇ ਤੁਸੀਂ ਕਿੱਥੇ ਭੱਲੇ ਪੁੱਟਕੇ ਹੋ। ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ, ਉਹਨਾਂ ਦੀ ਸ਼ਰਨ ਚਾਹੀਏ ਤੇ ਆਪਣਾ ਜੀਵਨ ਤੋਂ ਮੁਕਤ ਹੋਈਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਆਪਣਾ ਜਿਹੜਾ ਵਾ ਜੀਵਨ ਜਿਹੜਾ ਆਪਾਂ ਬਸਰ ਕਰੀਏ। ਇਹਨਾਂ 45 ਪਰਿਵਾਰਾਂ ਨੇ 2 ਪਿੰਡਾਂ ਚੀਚਾ ਤੇ ਵਣੀਏ ਕੇ, ਇਹਨਾਂ ਪਰਿਵਾਰਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਤੇ ਅੱਜ ਮੁੜ ਸਿੱਖ ਧਰਮ 'ਚ ਵਾਪਸੀ ਕੀਤੀ ਆ। ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਲੱਖ ਲੱਖ ਧੰਨਵਾਦ ਕਰਦੇ ਆ ਤੇ ਇਹਨਾਂ ਦੀ ਮੁੜ ਵਾਪਸੀ ਨੂੰ ਅਸੀਂ ਜੀ ਆਇਆਂ ਆਖਦੇ ਆ। ਭੋਮਾ ਸਾਹਿਬ ਕਹਿੰਦੇ ਨੇ ਕਿ ਜਦੋਂ ਇੱਕ ਧਰਮ ਛੱਡ ਕੇ ਦੂਜੇ ਧਰਮ 'ਚ ਜਾਂਦਾ, ਉਹ ਬੰਦੇ ਨੂੰ ਬਹੁਤ ਸਮਝਾਉਣਾ ਔਖਾ ਹੁੰਦਾ, ਕਿੰਨੀ ਮਿਹਨਤ ਲੱਗੀ ਤੁਹਾਡੀ?
ਵੇਖੋ ਅਸੀਂ 3 ਅਗਸਤ ਨੂੰ ਇਹ ਦਫ਼ਤਰ ਖੋਲ੍ਹਿਆ ਸੀ ਤੇ ਧਰਮ ਜਾਗਰੂਕਤਾ ਲਹਿਰ ਅਸੀਂ ਸ਼ੁਰੂ ਕੀਤੀ ਸੀ। ਅਸੀਂ ਨੇਤੀ ਇਹਨਾਂ ਦੇ ਵਿਹੜਿਆਂ 'ਚ ਜਾਂਦੇ ਆ। ਅਸੀਂ ਇੱਕੋ ਗੱਲ ਫੜੀ ਆ ਵੀ ਜਿਨ੍ਹਾਂ ਗਰੀਬਾਂ ਦੇ ਜਿਨ੍ਹਾਂ ਦਲਤਾਂ ਦੇ ਵਿਹੜਿਆਂ 'ਚ ਕੋਈ ਨਹੀਂ ਜਾਂਦਾ, ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਊਗੀ। ਇਹ ਕਾਰਨ ਇਹ ਆ ਕਿ ਇਹ ਵੀਰ ਮਹਿਸੂਸ ਕਰਦੇ ਆ ਕਿ ਸਾਨੂੰ ਅਣਗੌਲਿਆ ਕਰਤਾ, ਸਾਡੇ ਜਿਹੜਾ ਵਾ ਧਾਰਮਿਕ ਰਹਿਬਰਾਂ ਨੇ ਜਾਂ ਸਾਡੀ ਬਾਂਹ ਨਹੀਂ ਫੜੀ ਜਾਂ ਸਾਥੋਂ ਦੂਰੀ ਬਣਾ ਲਈ ਆ। ਉਹ ਅਸੀਂ ਦੂਰੀ ਖਤਮ ਕੀਤੀ ਆ। ਇਹਨਾਂ ਦੇ ਵਿਹੜੇ 'ਚ ਜਾ ਕੇ ਇਹਨਾਂ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ। ਅੰਗਰੇਜ਼ ਸਿੰਘ ਦੇ ਘਰ ਦੇ ਵਿੱਚ ਅਸੀਂ ਇਹਨਾਂ ਨਾਲ ਚਾਹ ਪੀਤੀ ਆ। ਇਹਨਾਂ ਏਡੀ ਸਾਡੀ ਸੇਵਾ ਕੀਤੀ ਆ। ਸਾਰੀ ਟੀਮ ਗਏ ਸੀ ਤੇ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਘਰ ਦੇ ਵਿੱਚ ਵੀ ਅਸੀਂ ਸਾਰੇ ਮੁੜ ਸਿੱਖ ਧਰਮ 'ਚ ਸ਼ਾਮਲ ਹੋਣੇ ਆ। ਅੱਜ ਸ਼ਾਮਲ ਹੋਏ ਆ। ਇਹ ਵੀ ਖੁਸ਼ ਨੇ, ਅਸੀਂ ਵੀ ਖੁਸ਼ ਆ ਤੇ ਸਮੁੱਚਾ ਸਿੱਖ ਜਗਤ ਵੀ ਖੁਸ਼ ਹੈ। ਇੱਕ ਨਾ ਸੋਸ਼ਲ ਮੀਡੀਆ ਤੋਂ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ, ਉਹਦਾ ਧਰਮ ਚੇਂਜ ਕਰਵਾਇਆ ਗਿਆ ਸੀ। ਉਸ ਦੇ ਵੀਡੀਓ ਦੇ ਵਿੱਚ ਉਸ ਨੇ ਇਹ ਕਿਹਾ ਗਿਆ ਕਿ ਮੇਰੇ ਕੋ ਪਾਸਟਰ ਨੇ ਪੈਸੇ ਲਿੱਤੇ ਨੇ ਕਿ ਤੈਨੂੰ ਚੰਨ ਦੇ ਉੱਪਰ ਘਰ ਦਵਾਇਆ ਜਾਊਗਾ, ਪਹਿਲਾਂ ਪਲਾਟ ਦਵਾਇਆ ਜਾਊਗਾ, ਫਿਰ ਉਹਦੇ ਉੱਤੇ ਘਰ ਤੈਨੂੰ ਪਾ ਕੇ ਦਿੱਤਾ ਜਾਊਗਾ ਕਿ ਤੇਰਾ ਪਹਿਲਾਂ ਹੀ ਜਿਹੜਾ ਤੂੰ ਮਰਨਾ ਸਵਰਗਾਂ ਦੇ ਵਿੱਚ ਤੇਰਾ ਨਾਮ ਲਿਖਿਆ ਜਾਊਗਾ। ਇਹ ਚੀਜ਼ਾਂ ਹੈਗੀਆਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹਨਾਂ ਨੂੰ। ਨਹੀਂ, ਇਹ ਸਾਰਾ ਗਮਰਾਹ ਕੁਨ ਪ੍ਰਚਾਰ ਆ ਤੇ ਠੱਗੀ ਠੋਰੀ ਦਾ ਸਿਸਟਮ ਆ। ਤੇ ਮੈਂ ਕਹੂੰਗਾ ਇਹ ਤੇ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸ਼ਨਾਖਤ ਕਰਕੇ ਇਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ। ਕੋਈ ਜਿਹੜਾ ਅਸਲ ਜਿਹੜਾ ਧਰਮੀ ਬੰਦਾ ਨਾ, ਭਾਵੇਂ ਕਿਸੇ ਦਾ ਵੀ ਕੋਈ ਵੀ ਧਰਮ ਦਾ ਵਾ, ਉਹ ਮਾੜਾ ਕੰਮ ਨਹੀਂ ਕਰਦਾ। ਇਹ ਜਿਹੜੇ ਲੋਕ ਨੇ ਦੰਭੀ ਪਖੰਡੀ ਲੋਕ ਨੇ ਜਿਹੜੇ ਆਪੋ ਆਪਣੇ ਧਰਮ ਨੂੰ ਵੀ ਬਦਨਾਮ ਕਰ ਰਹੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਵੀ ਅੱਗ ਲਾ ਰਹੇ ਆ। ਇੱਕ ਚੀਜ਼ ਹੋਰ, ਇੱਕ ਲੜਕੀ ਦਾ ਮਾਮਲਾ ਸਾਹਮਣੇ ਆਇਆ ਪਖੰਡ ਜਿੱਥੇ ਕਿ ਉਸ ਦਾ ਧਰਮ ਚੇਂਜ ਕਰਵਾਇਆ ਗਿਆ ਸੀ ਉਸ ਦੀ ਚਾਚੀ ਦੇ ਵੱਲੋਂ। ਇਹ ਲੱਗਦਾ ਕਿ ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਸਖਤ ਤੋਂ ਸਖਤ ਹੋਵੇ ਕਿ ਜਿਹੜੇ ਇਦਾਂ ਦੇ ਨਾ ਕੰਮ ਕੀਤੇ ਜਾਣ ਇਹਨਾਂ ਨੂੰ। ਵੇਖੋ, ਉਹ ਜ਼ਿਲ੍ਹਾ ਪਠਾਨਕੋਟ ਪਿੰਡ ਜੈਣੀ ਦੀ ਲੜਕੀ ਆ, 14 ਸਾਲ ਦੀ ਅੰਮ੍ਰਿਤਧਾਰੀ ਲੜਕੀ ਆ। 6 ਸਾਲ ਤੋਂ ਉਹਨੇ ਅੰਮ੍ਰਿਤ ਛਕਿਆ ਸੀ। ਉਹਦੀ ਦਾਦੀ ਵੀ ਅੰਮ੍ਰਿਤਧਾਰੀ ਆ, ਉਹਦੀ ਮਾਤਾ ਵੀ ਅੰਮ੍ਰਿਤਧਾਰੀ ਆ। ਉਹਦੇ ਡੈਡੀ ਦੀ 4 ਸਾਲ ਪਹਿਲਾਂ ਡੈਥ ਹੋ ਚੁੱਕੀ ਆ। ਉਹਦੀ ਜਿਹੜੀ ਚਾਚੀ ਸੀ ਉਹ 3 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਉਹਦੀ ਜਿਹੜੀ ਨਾਨੀ ਆ, ਉਹਦੀ ਚਾਚੀ ਦੀ ਮਾਤਾ ਵਾ, ਉਹ ਨਾਨੀ ਲੱਗੀ ਬੇਟੀ ਦੀ, ਉਹ ਕ੍ਰਿਸਚਨ ਆ। ਉਹਨੇ ਬਹਾਨੇ ਦੇ ਨਾਲ ਆਪਣੀ ਧੀ ਚਾਚੀ ਰਾਹੀਂ ਜਿਹੜਾ ਉਹਨੂੰ ਬੇਟੀ ਜਿਹੜੀ 14 ਸਾਲ ਦੀ ਅਮਰਜੀਤ ਨੂੰ ਆਪਣੇ ਘਰ ਸੱਦਿਆ ਕਿ ਜਿਹੜੀ ਚਾਚੀ ਦੀ ਉਹਦੀ ਵੀ ਇੱਕ ਛੋਟੀ ਬੇਟੀ ਆ ਕਿ ਇਹਦਾ ਦਿਲ ਨਹੀਂ ਲੱਗ ਰਿਹਾ ਤੇ ਤੂੰ ਇੱਥੇ ਆਓ ਤੇ ਦੋਵੇਂ ਬੱਚੇ ਜਿਹੜਾ ਵਾ ਖੇਡੋ ਤੇ ਇਹਦਾ ਜਿਹੜਾ ਵਾ ਦਿਲ ਲੱਗ ਜਾਵੇ। ਅਮਰਜੀਤ ਕੌਰ ਜਿਹੜੀ ਬੇਟੀ ਆ ਪਹਿਲੇ ਸੰਡੇ ਗਈ ਆ ਤੇ ਉਹਨੂੰ ਕਿਹਾ ਵੀ ਤੂੰ ਗੁਰਦੁਆਰੇ ਨਹੀਂ ਜਾਣਾ, ਤੂੰ ਗੁਰਦੁਆਰੇ ਸੇਵਾ ਨਹੀਂ ਕਰਨੀ, ਲੰਗਰ ਨਹੀਂ ਛਕਣਾ, ਕੜਾਹ ਪ੍ਰਸ਼ਾਦ ਨਹੀਂ ਲੈਣਾ, ਤੂੰ ਗੁਰਦੁਆਰੇ ਸੇਵਾ ਨਹੀਂ ਕਰਨੀ। ਤੇ ਦੂਸਰੇ ਸੰਡੇ ਜਿਹੜਾ ਵਾ ਚਰਚ 'ਚ ਖੜ ਕੇ ਉਹਦੇ ਕਕਾਰ ਖਿਲਾਤੇ ਆ ਨਾਨੀ ਨੇ ਤੇ ਇੱਕ ਪਾਸਟਰ ਆ। ਦੋਨਾਂ ਸੇ 295 ਦਾ ਪਰਚਾ ਜਿਹੜਾ ਵਾ ਦਰਜ ਹੋ ਚੁੱਕਾ। ਚਾਚੀ ਦੀ ਮਾਤਾ ਗ੍ਰਿਫਤਾਰ ਹੋ ਚੁੱਕੀ ਆ, ਪਾਸਟਰ ਭਗੌੜਾ ਵਾ। ਇਸ ਤੋਂ ਅੱਗੇ ਚਾਚੀ ਦੀ ਮਾਤਾ ਇਹ ਕਹਿ ਰਹੀ ਆ ਪਰਿਵਾਰ ਨੂੰ ਕਿ ਮੈਂ ਆਪਣੀ ਕੁੜੀ ਜੈਨੀ ਸਹੁਰੇ ਤਾਂ ਭੇਜੂਗੀ, ਪਹਿਲਾਂ ਜਿਹੜੀ ਕੁੜੀ ਦੀ ਦਾਦੀ ਆ ਉਹ ਵੀ ਕਕਾਰ ਖੋਲੇ, ਜਿਹੜੀ ਚਾਚੀ ਦੀ ਬੇਟੀ ਦੀ ਮਾਤਾ ਵਾ ਉਹ ਵੀ ਕਕਾਰ ਖੋਲ ਕੇ ਕ੍ਰਿਸਚਨ ਬਣੇ, ਫਿਰ ਮੈਂ ਆਪਣੀ ਬੇਟੀ ਜਿਹੜੀ ਆ ਜੈਨੀ ਪਿੰਡ ਆਪਣੇ ਸਹੁਰੇ ਘਰ ਭੇਜੂਗੀ। ਇਹ ਬਲੈਕਮੇਲ ਕਰ ਰਹੀ ਆ। ਪਰ ਇੱਕ ਚੀਜ਼ ਹੋਰ ਹੈ, ਜਿਹੜੇ ਵੱਡੇ ਪਾਸਟਰ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ, ਸਿੰਘ ਸਾਹਿਬ ਦੇ ਨਾਲ ਮੀਟਿੰਗ ਕੀਤੀ ਜਾਊਗੀ, ਜਿਹੜੇ ਬਖੰਡੀ ਪਾਸਟਰ ਹੈਗੇ ਨੇ ਜੀ ਇਹਨਾਂ ਦੇ ਉੱਪਰ ਵੀ ਅਸੀਂ ਸਖਤ ਕਾਰਵਾਈ ਕਰਾਂਗੇ। ਲੱਗਦਾ ਕਿ ਦਿੱਲੀ ਕਮੇਟੀ ਵੱਲੋਂ ਵੀ ਸਖਤ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇਗੀ। ਦੇਖੋ, ਜਿਹੜੇ ਪਾਸਟਰ ਸਾਡੇ ਧਰਮ ਦੇ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਆ ਜਾਂ ਸਪਸ਼ਟੀਕਰਨ ਦੇ ਰਹੇ, ਅਸੀਂ ਇਹ ਕੰਮ ਨਹੀਂ ਕਰਦੇ। ਫਿਰ ਜਿਹੜੇ ਲੋਕ ਇਹ ਕੰਮ ਕਰ ਰਹੇ ਆ ਉਹਨਾਂ ਦੇ ਵਿਰੁੱਧ ਜਾ ਕੇ ਉਹ ਐਸਐਸਪੀ ਨੂੰ, ਪ੍ਰਸ਼ਾਸਨ ਨੂੰ ਆਪਣੇ ਕੰਪਲੇਂਟਾਂ ਕਿਉਂ ਨਹੀਂ ਕਰਦੇ ਵੀ ਇਹਨਾਂ ਨਾਲ ਸਾਡਾ ਸਬੰਧ ਕਿਉਂ ਨਹੀਂ ਆ ਤੇ ਇਹਨਾਂ ਦੇ ਪਰਚੇ ਦਰਜ ਕਰੋ। ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਮੂੰਹ ਤੋਂ ਕਿਹਾ ਥੋੜੀ ਗੱਲ ਆ ਵੀ ਅਸੀਂ ਨਹੀਂ ਕਰ ਰਹੇ ਤੇ ਥੱਲੇ ਥੱਲੇ ਤੁਸੀਂ ਸਾਡੀਆਂ ਜੜ੍ਹਾਂ ਜਿਹੜੀਆਂ ਦਾਤਰੀ ਫੇਰੀ ਜਾਓ। ਸੋ ਮੈਂ ਉਹਨਾਂ ਸਾਈ ਪਾਸਟਰਾਂ ਨੂੰ ਕਹੂੰਗਾ, ਸਾਈ ਧਾਰਮਿਕ ਪ੍ਰਚਾਰਕ ਆਗੂਆਂ ਨੂੰ ਕਹੂੰਗਾ ਕਿ ਜੇ ਉਹ ਸੱਚੇ ਨੇ ਵੀ ਉਹ ਨਹੀਂ ਕਰ ਰਹੇ ਤੇ ਜਿਹੜੇ ਕਰ ਰਹੇ ਆ ਉਹਨਾਂ ਦੇ ਮੁਕੱਦਮੇ ਦਰਜ ਕਰਾਓ। ਉੱਥੇ ਆਪ ਜਾ ਕੇ ਐਪਲੀਕੇਸ਼ਨਾਂ ਦਿਓ, ਅਰਜ਼ੀਆਂ ਦਿਓ ਉੱਥੇ ਤੁਸੀਂ ਪ੍ਰਸ਼ਾਸਨ ਨੂੰ ਵੀ ਇਹਨਾਂ ਲੋਕਾਂ ਦੇ ਜਿਹੜੇ ਪਰਚੇ ਦਰਜ ਕੀਤੇ ਜਾਣ। ਲਾਸਟ ਸਵਾਲ, ਉਹਨਾਂ ਪਰਿਵਾਰਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਜਿਹੜੇ ਸਾਈ ਧਰਮ ਦੇ ਵਿੱਚ ਹੈ ਨੇ ਹਜੇ ਤੱਕ, ਜਿਹੜੇ ਵਾਪਸੀ ਕਰਨੀ ਹੋਵੇ ਕੀ ਕਰਨਾ? ਮੈਂ ਤਾਂ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਨਿਮਰਤਾ ਸਹਿਤ, ਉਹ ਸਾਡੇ ਸਿੱਖ ਭਰਾ ਨੇ ਤੇ ਸਾਰਾ ਪੰਜਾਬ ਹੀ ਪਹਿਲਾਂ ਸਿੱਖ ਸੀ। ਅੱਜ ਹੀ ਆ ਕ੍ਰਿਸਚਨ ਬਣੇ ਕੋਈ ਲੋਕ ਕੁਝ ਸਾਲਾਂ ਤੋਂ, ਪਹਿਲਾਂ ਸਾਰੇ ਸਿੱਖ ਸੀ। ਜਿਹੜੇ ਭਰਾ ਗਮਰਾਹ ਹੋ ਗਏ ਆ ਜਾਂ ਮਜਬੂਰੀਆਂ ਵਸ ਉਹਨਾਂ ਆਪਣਾ ਧਰਮ ਤਬਦੀਲ ਕੀਤਾ ਵਾ, ਉਹ ਇਹਨਾਂ ਵੀਰਾਂ ਤੋਂ ਪ੍ਰੇਰਣਾ ਲੈ ਕੇ, ਪਰ ਜੋ ਨਾਲ ਜਿਸ ਤਰ੍ਹਾਂ ਇਹਨਾਂ ਦਾ ਭਾਂਡਾ ਚਰਾਏ 'ਚ ਭੱਜ ਚੁੱਕਾ ਵਾ, ਜਿਹੜੇ ਦੰਭੀ ਸ਼ਕਤੀਆਂ ਦਾ ਲਾਲਚ ਦਿੰਦੇ ਆ, ਚਮਤਕਾਰੀ ਸ਼ਕਤੀਆਂ ਦਾ ਲਾਲਚ ਦਿੰਦੇ ਆ ਵੀ ਗੈਬੀ ਸ਼ਕਤੀਆਂ, ਚਮਤਕਾਰੀ ਸ਼ਕਤੀਆਂ ਨਾਲ ਅਸੀਂ ਇਲਾਜ ਫ੍ਰੀ ਕਰ ਦਿਆਂਗੇ, ਬਿਮਾਰੀਆਂ ਠੀਕ ਕਰ ਦਿਆਂਗੇ, ਉਹ ਤੇ ਕਿਸੇ ਦੀ ਹੋਈ ਨਹੀਂ। ਇਹਨਾਂ ਜੇ ਹਸਪੀਟਲ ਕ੍ਰਿਸਚਨਾਂ ਨੇ ਖੋਲੇ ਆ ਪੰਜਾਬ 'ਚ ਏਡੇ ਏਡੇ ਵੱਡੇ, ਉਹ ਫਿਰ ਬੰਦ ਕਰ ਦੇਣ ਜੇ ਗੈਬੀ ਸ਼ਕਤੀਆਂ ਨੇ ਇਹਨਾਂ ਜਿਹੜੇ ਠੀਕ ਕਰਨੇ ਆ।
ਉਹ ਹਸਪੀਟਲ ਇਹਨਾਂ ਕਾਹਦੇ ਲਈ ਖੋਲ੍ਹੇ ਆ। ਸੋ ਮੈਂ ਜਿਹੜੇ ਭਰਾ ਸਾਡੇ ਗਏ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਗੁਰੂ ਦੇ ਲੜ ਲੱਗ ਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੱਗ ਕੇ, ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਿਹੜਾ ਵਾ ਮੁੜ ਸਿੱਖ ਧਰਮ ਦੇ ਵਿੱਚ ਆਪਣੀ ਜਿਹੜੀ ਆ ਵਾਪਸੀ ਕਰਨ ਤੇ ਮਾਣ ਵੀ ਆਣ ਕੇ ਜਿਹੜਾ ਵਾ ਸਿੱਖ ਧਰਮ ਦੇ ਵਿੱਚ ਪਾਉਣ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਜੀ ਇਹ ਕਦੋਂ ਕਿ ਕਈ ਪਰਿਵਾਰ ਜਿਹੜੇ ਕਿ 45 ਤੋਂ 50 ਪਰਿਵਾਰ ਜਿਹੜੇ ਨੇ ਉਹ ਸਿੱਖ ਧਰਮ ਤੋਂ ਜਿਹੜਾ ਸਾਈ ਧਰਮਚਾਰ ਦੇ ਵਿੱਚ ਚਲ ਗਏ ਸਨ, ਪਰ ਦਿੱਲੀ ਕਮੇਟੀ ਦੇ ਵੱਲੋਂ ਵੱਖਰਾ ਇੱਕ ਮਾਨ ਅਤੇ ਸਨਮਾਨਿਤ ਕਰਕੇ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਵਾਪਸੀ ਕਰਵਾਈ ਗਈ ਆ। ਲਿਵਿੰਗ ਇੰਡੀਆ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਧਰਮ ਨੂੰ ਲੈ ਕੇ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।